सतनाम श्री वाहिगुरु साहिब जी। धन हर बूंद बसो रोमावल तो समय बसंत गलंत न आवे। राव सत किरण उदर सागर को गंग तरंग अंत को पावे। रुदर ध्यान ज्ञान सतगुर के तब जन भल उन्ह जो गावै। भले अमरदास गुण तेरे तेरी हुक्मा तोहे बन आवै। भले अमरदास गुण तेरे तेरी हुक्म तोहे बन आवै। सतनाम श्री वाहिगुरु साहिब जीओ। अगुन प्रेम उमाड़ा क्यों मिलिए हर जाए। मन तन प्यास दर्शन धनी कोई आन मिलावे माए। अगुन प्रेम उमाड़ा क्यों मिलिए हर जाए। मन तन प्यास दर्शन धनी कोई आन मिलावे माए। पतत पावन भगत वशल करुणा निधान दीन दुनी के मालक धन धन सतगुरु श्री गुरु ग्रंथ ਸਾਹਿਬ महाराज जी की पावन पुत्र हजूरी अंदर गुर अंदर जुड़े बैठे गुरु प्यारे गुरु सवारे सत संगी जनो। आओ भाई आपो अपनी बिरती नूं सतगुरु महाराज जी के चरणी जोड़िए ਅਤੇ ਪ੍ਰੇਮ ਦੇ ਨਾਲ ਗੁਰਮਤਿ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅੱਜ ਜਿੱਥੇ ਪਾਵਨ ਪਵਿੱਤਰ ਅੱਸੂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਉੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਮਹਾਰਾਜ ਜੀ ਦੀ ਜੋਤੀ ਜੋਤ ਸਮਾਉਣ ਦਾ ਵੀ ਦਿਨ ਹੈ। ਅਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੀ ਗੁਰਤਾ ਗੱਦੀ ਮਿਲਣ ਦਾ ਦਿਹਾੜਾ ਹੈ। श्री गुरु अमरदास महाराज जी ने अपने जीवन काल के अंदर बेअंत लोगों का भला किया। जिस करके भट्टां नूं यह बचन कहना पिया कि भले अमरदास गुण तेरे तेरी हुक्म तोहे बन आवे। फिर धन श्री गुरु अमरदास महाराज जी भलिया के अंश वाले पातशाह जीओ, तुहाडी जिहड़ी हुक्म वडियाई है ते तुहानूं ही बन आउंदी है। संपूर्ण गुण कोई भी कथन नहीं कर सकता। सार संगत समा अपने को सीमित ही है। जिस करके आप नाल
ਗੁਰ ਇਤਿਹਾਸ ਨੂੰ ਵਿਚਾਰਨਾ ਹੈ ਅਤੇ ਜੋ ਇਹ ਪਾਵਨ ਪੁੱਤਰ 12 ਦੀ ਕਥਾ ਹੈ ਜੋ ਸਤਿਗੁਰਾਂ ਨੇ ਆਪਾਂ ਨੂੰ ਅੱਸੂ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਆ ਹੈ, ਇਹਦੇ ਵੀ ਆਪਾਂ ਅਰਥ ਸਰਵਣ ਕਰਦੇ ਹਾਂ, ਵਿਚਾਰਦੇ ਹਾਂ। ਇਸ ਕਰਕੇ ਆਓ ਆਪੋ ਆਪਣੇ ਸੁਰਤੀ ਦਿਲ ਨੂੰ ਉਜਾਗਰ ਕਰਕੇ ਪ੍ਰੇਮ ਪਿਆਰ ਦੇ ਨਾਲ ਸਾਧ ਸੰਗਤ ਦੀ ਗੁਰਬਾਣੀ ਦੇ ਅਰਥ ਸਰਵਣ ਕਰਕੇ ਜੋ ਆਪਾਂ ਨੂੰ ਸਤਿਗੁਰੂ ਮਹਾਰਾਜ ਜੀ ਅੱਸੂ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ ਰਹੇ ਨੇ, ਆਪਾਂ ਨੂੰ ਕੀ ਕਰਨਾ ਚਾਹੀਦਾ ਅੱਸੂ ਦੇ ਮਹੀਨੇ ਅੰਦਰ, ਉਹ ਸਰਵਣ ਕਰਕੇ ਲਾਹਾ ਲਈਏ। ਗੁਰ ਪ੍ਰੇਮ ਮਾਹੜਾ ਕਿਉ ਮਿਲਿਏ ਹਰ ਜਾਏ। ਅੱਸੂ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਭਾਈ ਤੂੰ ਸੁਣ, ਤੂੰ ਆਣ ਕੇ ਗੁਰੂ ਕੀ ਸੰਗਤ ਦੇ ਵਿੱਚ ਗੁਰੂ ਸਾਹਿਬ ਜੀ ਦੇ ਜਸ ਨੂੰ ਸੁਣ, ਵਡਿਆਈ ਨੂੰ ਸੁਣ। ਜੇਕਰ ਤੂੰ ਆ ਕੇ ਸਰਵਣ ਕਰੇਗਾ, ਤੇਰੇ ਦਿਲ ਵਿੱਚ ਪ੍ਰੇਮ ਉਮਾੜਾ, ਪ੍ਰੇਮ ਦਾ ਉਮਾੜਾ ਉਤਸ਼ਾਹ ਪੈਦਾ ਹੋਵੇਗਾ, ਉਛਾਲਾ ਪੈਦਾ ਹੋਵੇਗਾ ਤੇ ਸਾਧ ਸੰਗਤ ਜੀ ਉਹ ਜਿਹੜਾ ਜਿਗਿਆਸੂ ਹੈ ਨਾ, ਜਿਹਦੇ ਦਿਲ ਵਿੱਚ ਰੱਬ ਦੇ ਪ੍ਰੇਮ ਦੀ ਲਗਨ ਜਾਗੇ, ਉਹ ਫਿਰ ਸਵਾਲ ਕਰਦਾ ਹੈ। ਜਿਹਦੇ ਦਿਲ ਵਿੱਚ ਪਿਆਰ ਹੋਵੇ ਨਾ, ਖਿੱਚ ਹੋਵੇ, ਉਹ ਇਹ ਕਹਿੰਦਾ ਵੀ ਕਿਉਂ ਮਿਲੀ ਹੈ ਹਰ ਜਾਏ, ਕਿ ਹਰ ਵਾਹਿਗੁਰੂ ਪਰਮਾਤਮਾ ਨੂੰ ਜਾਏ ਜਾ ਕੇ ਕਿਉਂ ਮਿਲੀਏ, ਕਿਵੇਂ ਮਿਲੀਏ, ਪਰਮਾਤਮਾ ਨਾਲ ਮਿਲੇ, ਪ੍ਰੇਮ ਵਾਹਿਗੁਰੂ ਮਿਲਾਪ ਕਿਵੇਂ ਹੋਵੇ। ਤਾਂ ਸਤਿਗੁਰੂ ਜੀ ਇਸੇ ਵਿੱਚ ਹੀ ਸਾਧ ਸੰਗਤ ਜੀ ਆਪਾਂ ਨੂੰ ਜਵਾਬ ਦਿੰਦੇ ਨੇ, ਸੁਣ ਜੇ ਪ੍ਰਾਣੀ, ਜਿੱਥੇ ਤੈਨੂੰ ਸੁਣ ਕੇ ਪ੍ਰੇਮ ਪੈਦਾ ਹੋਇਆ ਨਾ, ਉੱਥੇ ਆ ਕੇ ਸੁਣ, ਤੈਨੂੰ ਗਿਆਨ ਵੀ ਪੈਦਾ ਹੋਵੇਗਾ। ਔਰ ਸਾਧ ਸੰਗਤ ਜੀ ਪ੍ਰੇਮ ਸਰੋਤੇ ਜਿਹੜੇ ਹਨ, ਇਹਨਾਂ ਵਿੱਚ 14 ਗੁਣ ਹੁੰਦੇ ਨੇ, ਜਿਵੇਂ ਕਿ ਇਕਾਗਰਤਾ ਨਾਲ ਸੁਣਨਾ, ਸਵੱਛ ਵਸਤਰ ਪਾ ਕੇ ਆਉਣਾ, ਔਰ ਜਿਹੜੀ ਕਥਾ ਵਿਚਾਰ ਹੋ ਰਹੀ ਹੈ ਉਹਦੇ 'ਤੇ ਪੂਰਨ ਰੂਪ ਵਿੱਚ ਭਰੋਸਾ ਹੋਣਾ, ਜਿਹੜਾ ਵਕਤਾ ਹੈ, ਕਥਾ ਕਰਨ ਵਾਲਾ ਹੈ, ਜੇਕਰ ਮਨ ਦੇ ਵਿੱਚ ਕੋਈ ਨਾ ਕੋਈ ਸਵਾਲ ਆਦਾ ਹੈ, ਉਹਨੂੰ ਸਵਾਲ ਕਰਨ ਦੀ ਸੋਝੀ ਹੋਣੀ, ਗਿਆਨ ਹੋਣਾ ਵੀ ਕਿਵੇਂ ਕਰਨਾ, ਇਹ ਤਿਆਰ ਰਹੋ ਵਿਚਾਰ। ਜਿਹੜਾ 14 ਗੁਣਾਂ ਦੇ ਸਹਿਤ ਸਰੋਤਾ ਹੈ, ਉਹਦੇ ਦਿਲ ਦੇ ਅੰਦਰ ਹੀ ਪ੍ਰੇਮ ਦਾ ਬਾਹਰਾ ਉਤਸ਼ਾਹ ਪੈਦਾ ਹੁੰਦਾ ਹੈ ਤੇ ਪ੍ਰੇਮ ਦੀਆਂ 9 ਨਿਸ਼ਾਨੀਆਂ ਹਨ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਬਚਨ ਕਰਦੇ ਨੇ, ਆਸ਼ਕਾਰਾ ਨਾਮ ਨਿਸ਼ਾਨੀ ਐ ਤਿਸਰ, ਆਪ ਸਰਦੋ ਰੰਗ ਸਰਦੋ ਚਸਮ ਧਰ, ਕੰਮ ਖੁਰਦਰੋਂ ਕੰਮ ਗੁਪਤਰੋਂ ਖਵਾਲਤ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਾਰ। 9 ਨਿਸ਼ਾਨੀਆਂ ਹਨ ਕਿ ਆਸ਼ਕਾਰਾ ਨਾਮ ਨਿਸ਼ਾਨੀ ਐ ਤਿਸਰ, ਇਹ ਪ੍ਰਾਣੀ ਆਸ਼ਕਾਂ ਦੀਆਂ, ਰੱਬ ਦੇ ਪਿਆਰੀਆਂ ਨੇ, ਇਹ 9 ਨਿਸ਼ਾਨੀਆਂ ਨੇ। ਕਿਹੜੀਆਂ ਕਿਹੜੀਆਂ ਨੇ? ਆਹ ਸਰਦੋ, ਇੱਕ ਆਹ ਜਿਹੜੇ ਸਾਹ ਨੇ ਨਾ, ਉਹਨਾਂ ਨੂੰ ਸਰਦ ਠੰਡੇ ਆਉਂਦੇ ਹਨ। ਰੰਗ ਜਰਦ, ਬਹੁਤਾ ਸ਼ਗਨ ਛਕਾਉਣ ਨਾ ਕਰਕੇ, ਇੱਕ ਵਿਛੋੜੇ ਦੇ ਸਿਰ ਦੇ ਅੰਦਰ ਸਾਰ ਸੰਗਰੀ ਪੀੜਾ ਹੋਣ ਕਰਕੇ ਉਹਨਾਂ ਦਾ ਰੰਗ ਵੀ ਜਰਦੋ ਪੀਲਾ ਹੋ ਜਾਂਦਾ ਹੈ। ਚਸ਼ਮਕਾਰ ਨੇਤਰ ਜਿਹੜੇ ਨੇ, ਹਰੇਕ ਵਕਤ ਹੀ ਉਹਨਾਂ ਦੇ ਤਰ ਰਹਿੰਦੇ ਨੇ, ਅੱਖਾਂ ਦੇ ਵਿੱਚ ਪਾਣੀ ਹੁੰਦਾ ਹੈ, ਇਹ ਰੀਰ ਵਹੇ ਵਿੱਚ ਚੱਲਿਆ ਜੀਓ ਵਾਲੀ ਅਵਸਥਾ ਹੁੰਦੀ ਹੈ। ਤੇ ਕੰਮ ਗੁਪਤ ਨੂੰ ਫਿਰ ਘੱਟ ਹੀ ਉਹ ਖਾਂਦੇ ਹਨ, ਸਾਗ ਘੱਟ ਹੁੰਦੀ ਹੈ। ਕੰਮ ਗੁਪਤ ਨੂੰ ਉਹ ਲੋਕਾਂ ਨਾਲ ਬਹੁਤਾ ਕੋਈ ਸੰਬੰਧ ਨਹੀਂ ਰੱਖਦੇ, ਪਰ ਘੱਟ ਹੀ ਬੋਲਦੇ ਹਨ, ਇਕਾਂਤ ਵਿੱਚ ਜ਼ਿਆਦਾ ਰਹਿੰਦੇ ਹਨ। ਖੁਆਵਤ ਹਰਾਮ, ਜਿਹਦੇ ਦਿਲ ਦੇ ਅੰਦਰ ਪ੍ਰੇਮ ਹੋਵੇ ਤੇ ਪ੍ਰੇਮੀ ਨਾਲੋਂ ਵਿਛੋੜਾ ਹੋਵੇ,
प्यारे वाहिगुरू नाल पिछोड़ा होवे, एहसास होवे कि मैं विछड़िया हाँ, उन्हां अखां विच नींद किथे, उन्हां दी ख्वाब जिहड़ी नींद है हराम हो जाती है, सौंदे नहीं, घट ही सौंदे हैं। इंतजार, फिर इंतजार रहता है उन्होंने, बेकरारी हिरदे अंदर कोई करार नहीं, बसदा ठहरा नहीं, कर लो मशीन में हरेक वक्त कटदा है हिरदा वो विछोड़े ते दस्त सारा अपना जोड़ा सार शहर है ना, वो दस्त हथां विच लैके बैठे रहते हैं, मतलब कि अख नीवी भी रख रहे हैं, उन्होंने 9 निशानियां होया कर देंगे। और सार संत की प्रेम है जोड़ा एक विहंग मार्ग है, जेडे कर्मकांड ने वो तो कीती मार्ग है भी जिमें कीड़ी होंगी है जी हौली हौली करके चलती है, कीड़ी के वास्ते तो गऊ की पैड़ के पानी खलोता होवे, जे तैरना पवे तो वही वो वास्ते समुद्र होता है। पर पंछी है जोड़ा सार संत की उड़ारी मार के देख लो, नदियां नदियां दरियावां के दरिया टप जाता। एवें ही जो आप कर्मकांड करते हैं भी दिल में प्रेम कोई नहीं, प्यार कोई नहीं, उतों उतों लोगों को दिखाने के वास्ते वो कीती मार्ग है। जिवें कीड़ी होंदी है वो दे दरख्त पर चढ़ना चाहिए तो सार संत जी बड़ा वो वास्ते मुश्किल काम है, औखा काम है। हौली हौली चढ़ेगी, बुला आता है, हवा का फिर डिग पैंदी है, फिर सफर शुरू कर दी है, फिर डिग पैंदी है, मेरे को बेचारी चढ़ाई भी कर जाती है कि किन्नी उम्र पूरा के जीव है जब भी थोड़ा ही। तो एवें ही जोड़ा कर्मकांडी प्राणी है, सार संत जी जेकर आखे भी मैं रब तक पहुँच जावा तो कर्मकांड करता है, परमेश्वर तक तो पहुँचा नहीं जाता, क्योंकि हिरदे के अंदर हंकार भी पैदा हो जाता है। हंकार पैदा हो गया फिर उत्थे आण के डिग पे, फिर कर्मकांड शुरू किए, फिर हंकार हो गया, फिर उत्थे डिग पे, मंजिल तक पहुँच नहीं सकता कर्मकांडी है जोड़ा। पर जोड़ा प्रेम है वो विहंग मार्ग है। विहंग का अर्थ है पंछी, जिवें पंछी होंदा जोड़ा उड़ारी मार के दरख्त के ऐन तीसी के सिरे ते जाके बह जाता है, तो दरख्त के फल भी वधिया वधिया मिठे मिठे छकदा छकाउंदा है। एवें ही जोड़ा प्रेमी है सार संत जी उहनूं कोई भी बहुते कर्मकांड करने की जरूरत नहीं होगी, वह जोड़ा प्रेम होंदा वही भगती बन जाता है, उन्होंने प्यार ही वाहिगुरू का मिलाप करा दिता है। तो प्रेमी को छेती सार संत की प्राप्ति होगी है, जिमें कि धन सतगुरु श्री गुरु अमरदास साहब महाराज जी ਅਤੇ श्री गुरु रामदास साहब महाराज जी का प्रेम से आपस में कहते भी एक बार की होया, श्री गुरु अमरदास साहब महाराज के चरणों में बहुत संगत आया करे, तो भाई पारों जुलका जी एक ब्रह्म ज्ञानी महापुरुष सन जिन्होंने परमहंस की अवस्था प्राप्त थी। तो ऐसे महापुरुष सन भाई पारो जी कि श्री गुरु अमरदास साहब महाराज जी ਅਤੇ ਭਾਈ ਪਾਰੋ ਜੀ ਦੇ ਵਿੱਚ ਕੋਈ फर्क नहीं सी रहा। ਜਦੋਂ परमहंस की अवस्था मिल गई तो गुरु महाराज जी ने सार संत जी अपने पास बिठाया, आख्या भाई पारो साढ़े सिंघासन से सारे नहीं महाराज मैं नहीं खा सकता। सतगुरु जी कहने भाई तू परमहंस हो गया है, इतने सर हुक्म है साਡਾ, हुक्म होया सरिया। तो सार संत जी महाराज कह लगे भाई पारो दुर्गा वो साडा जी करदा है भी हुण असीं ना तेरे राही संसार का भला करिए, भी तैनूं गुरता गद्दी बख्श रहीए, तेरे विच समा जाइए। छाल मार के भुंजे डिग पिया, चरनी पै गया, बेनती की हे पातशाह मैं आप जी का निमाणा का सिख हाँ, तो मैं सिख बनना ही पसंद करना हाँ।
सतगुरु जी कहते फिर हुण जुदा दा रहा नहीं जाता, या तू शांत हो जा आपा। कहता जी 7 वजन सार सैंकड़ी आसन ते आया, श्री जपजी साहिब का पाठ करके इशनान पानी करके चिट्टा चादरा लैके शरीर शांत करके गुरुओं के चरणों में ही लीन हो गया। ऐसा सी भाई पारो। वो भाई पारो जगता ने साध संगत एक बहुत तगड़ा परोपकार किया सिख जगत से। वो की किया भी सतगुरां नूं बेनती की उन्हें कि सतगुरु जी संगत अगे पिछे आउंदी आ जिहदे चरणों दे विच ठीक है आउंदी है, लाहा प्राप्त करके जाती है, पर संगत वक्खो वखरे इलाकिਆਂ ਦੀ आउंदी है तो संगत नूं आपस विच ही मिलण दा टाइम नहीं हुंदा गा। कदे किहड़े इलाके दी आ गई, कदे किहड़े इलाके दी आ के चली गई। सतगुरु जी कोई ना कोई ऐसा दिन आप जी रखो, नीयत करो जिस करके जिन्नी भी संगत है गुरु नानक महाराज पातशाह जी की उन्हां दा आपस विच ही मिलाप होवे और प्रेम प्यार होवे, जान पछाण होवे। तो उस वे सतगुरु जी मुस्कुरा के कहते भाई दसो। तो बेनती की सतगुरु जी जिवें विसाखी का दिहाड़ा है, दिवाली है, एवें जिहड़े वधिया वधिया गुरपुरब हैं, सतगुरु जी इन्हां उपर सरबत संगत का जोड़ मेला इकट्ठा होवे। सतगुरु जी ने उवें हुक्म किया, संगतां का जोड़ मेला बहुत ज़्यादा इकट्ठा होने लग पिया। हुण जिहड़े ब्राह्मण लोग सन, खतरी लोग सन, वो गुरु घर नाल कई ईर्खा भी करते सन उस वेले कि अज नहीं शुरू के काम चलता है, जिथे नेकी है बदी भी है। सार संगत होया कि भी वो ईर्खा करते सन। उन्होंने देखा भी इत्थे ना बहुत ज़्यादा दुनिया इकट्ठी होने लग पई है, बेअर्थ संगत आउंदी है। पर निंदकां दे दिल दे अंदर ये गल जरी ना गई, सहारी ना गई। उन्होंने सलाह की आपस विच भी ऐ तां साडे धर्म नूं ढाल पई जांदी है, साडी दा पूजा प्रतिष्ठा बंद हो जू, पूरी फुलका बंद हो जाएगा। क्यों करिए आपां अकबर बादशाह के कोल जाके फरियाद करिए। हुण तां इक्को काम यही बाकी बचिया। अकबर कोल लाहौर दे विच आया होया सी, ओह साध संगत जी इकट्ठे होके गए ते फरियाद की, कह लगे जी ये आऊँ बेनती है भी इन्हां ने खतरी हो के नवें काम तोड़ लिया, अपनी पूजा करवाउंदे ने गुरु साहिब जी बारे आख्या, और ना ये गीतां नूं पढ़ते हैं और ना गायत्री मंत्र का जाप करते हैं, और ना ही होर साडे मत वाले जिहड़े कर्म हैं उन्हां नूं करदे हैं। सोच कोई नहीं हैगी, इन्हां नूं पढ़ना पता ही कोई नहीं, इन्हां नूं आउंदा ही नहीं ज्ञान कोई। पर हैगे खतरी ने, खतरी हो के इन्हां ने सारी दुनिया इक्के थां ते लंगर प्रसादा पानी छकाउणा शुरू कर दिता। असीं हुण जातां वंडियां होईआं सन, इन्हां ने सारे एक थां ते इकट्ठे कर दिते। पंगत जिहड़ी सी इक्के थां उत्थे जाके राजे बहिंदे ने, उत्थे ब्राह्मण, उत्थे खतरी, सूद लै इकट्ठी ने सारे। तो बहुत काम खराब हो गया जी, साडे धर्म नूं ढाह लगदी है। अकबर कहना भी चाहुंदे की हो, कहंदे जी उन्हां नूं बुलाओ ते साडा इंसाफ करो। अकबर खुश होया, कहना कोई गल नहीं, बुला लैंदे हो भाई। उन्हें अपने ऐलका भेजे महाराज के चरणों में, कोई महाराज कृपा करके दर्शन बख्शो, बेनती है तुहाडे चरणों में, जिदा कोई सूझवान गुरसिख भेजो। श्री गुरु अमरदास महाराज ने सारी गलबात सुनी। महाराज अंतरजामी सन, मुस्कुरा पे कह लगे भी कोई गल नहीं भाई, जरूर पर जरूर हल करते हैं। आप जी ने श्री गुरु रामदास महाराज को बुलाया। गोंदवाल साहब का वचन है। गोंदवाल साहब महाराज सजे सन, श्री गुरु रामदास महाराज को बुलाया और आख्या पुत्र जी तुहानूं लाहौर जाना पवेगा। गुरु साहिब जी हुक्म पालन दसी सारी गल भी भाई ऐ करके आह गलबात है, इकट्ठे होए ने, उन्होंने चर्चा करनी है कि आप जी उत्थे जाओ, सारे के सारे उन्होंने शौक के निवृत्त करके आओ, और अकबर नूं भी दसो भी गुरु घर की है, उन्होंने भी सोझी आ गई। तो श्री गुरु रामदास महाराज ने हाथ जोड़ के बेनती की, आख्या कि सतगुरु जी तुमरे प्रेम बिना कुछ आन, मैं नहीं जानत कहाँ बखान। सतगुरु जी मेरे दिल दे विच तुहाडे प्रेम तो बिना कोई होर चीज़ है ही नहीं। सतगुरु जी मैं तो कुछ भी नहीं जानता, मैनूं तो ज्ञान कोई नहीं।
कोई मैं विद्वता नहीं ग्रहण की, कोई मैं पढ़िया लिखा नहीं, मैं उत्थे जाके की आखांगा। तो सतगुरां ने आख्या कि पुरखा पुत्र जी फिक्र ना करो, ਜਦੋਂ ਤੁਸੀਂ ਉੱਥੇ ਸਭਾ ਵਿੱਚ ਪਹੁੰਚ ਜਾਵੋਗੇ, ਤੁਹਾਡੇ ਨਾਲ ਸਵਾਲ ਜਵਾਬ ਹੋਣ ਲੱਗੇ ਤਾਂ ਤੁਸੀਂ ਆਪਣੇ ਸੱਜੇ ਮੋਢੇ ਵਾਲੇ ਪਾਸੇ ਝਾਤੀ ਮਾਰ ਲਿਓ। ਜਦੋਂ ਤੁਸੀਂ ਸੱਜੇ ਮੋਢੇ ਵਾਲੇ ਪਾਸੇ ਨੂੰ ਝਾਕੋਗੇ, ਆਪਣੇ ਆਪ ਹੀ ਤੁਹਾਨੂੰ ਸਾਰੀਆਂ ਜਿੰਨੀਆਂ ਵੀ ਵਿਦਿਆਵਾਂ ਹਨ ਸਫੁਰਨ ਹੋ ਜਾਣਗੀਆਂ। ਸਾਰੀ ਵਿਦਿਆ ਆਪਣੇ ਆਪ ਹੀ ਤੁਹਾਡੀ ਰਚਨਾ 'ਤੇ ਵਸ ਜਾਵੇਗੀ। ਜੇ ਬ੍ਰਹਮਾ ਵੀ ਆਵੇ ਨਾ, ਬ੍ਰਹਮਾਚਾਰ ਵਿਦਿਆ ਨੂੰ ਰਚਣ ਵਾਲਾ, ਉਹ ਵੀ ਤੁਹਾਡੇ ਨਾਲ ਸਵਾਲ ਕਰੇ ਜਵਾਬ ਕਰੇ ਤਾਂ ਉਹ ਵੀ ਤੁਹਾਡੇ ਤੋਂ ਹਾਰ ਖਾ ਕੇ ਜਾਵੇਗਾ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਬਚਨ ਮੰਨਿਆ, ਮੱਥਾ ਟੇਕਿਆ। ਪਾਤਸ਼ਾਹ ਚੌਥੇ ਮਹਾਰਾਜ ਜੀ ਨੇ ਸਾਰ ਸੰਗਤ ਚਾਲੇ ਮਾਰ ਕੇ ਲਾਹੌਰ ਦੇ ਵਿੱਚ ਆਏ। ਰਾਤ ਆਪਣੇ ਘਰ ਦੇ ਵਿੱਚ ਕੱਟੀ। ਸਵੇਰ ਹੁੰਦਿਆਂ ਸਾਰ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਦਿਨ ਚੜ੍ਹਦੇ ਨੂੰ ਅਕਬਰ ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਪਹੁੰਚੇ ਔਰ ਅਕਬਰ ਨੂੰ ਆਖਿਆ ਕਿ ਲਿਆਓ ਜੀ, ਬੁਲਾਓ ਆਪਣੇ ਜਿਹੜੇ ਵੀ ਹੈਗੇ ਸ਼ੰਤਾਵਾਦੀ। ਬੁਲਾਇਆ ਗਿਆ। ਬ੍ਰਾਹਮਣ ਇਕੱਠੇ ਹੋ ਕੇ ਆਏ, ਖੱਤਰੀ ਆਏ। ਤੇ ਉਸ ਵੇਲੇ ਅਕਬਰ ਕਹਿੰਦਾ ਪੁੱਛੋ ਵੀ ਭਾਈ ਕੀ ਪੁੱਛਣਾ ਚਾਹੁੰਦੇ ਹੋ? ਕਹਿੰਦੇ ਜੀ ਇਹ ਖੱਤਰੀ ਹੋ ਗਏ, ਇਹਨਾਂ ਨੇ ਵੱਖਰੀ ਨਵੀਂ ਮਰਿਆਦਾ ਤੋੜ ਲਈ ਹੈ। ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਆ ਗੁਰਬਾਣੀ ਪੜ੍ਹਦੇ ਨੇ, ਇਹਨਾਂ ਨੇ ਆਪਣੀ ਵੱਖਰੀ ਮਰਿਆਦਾ ਤੋੜ ਲਈ। ਇਹਨਾਂ ਨੂੰ ਤਾਂ ਗੀਤਾ ਬਾਰੇ ਵੀ ਕੋਈ ਪਤਾ ਨਹੀਂ ਔਰ ਗਾਇਤਰੀ ਮੰਤਰ ਦਾ ਵੀ ਜਾਪ ਛੱਡ ਦਿੱਤਾ ਹੈ। ਔਰ ਜਿਹੜੇ ਸਾਡੇ ਕਰਮ ਕਾਂਡ ਅਸੀਂ ਕਰਵਾਉਂਦੇ ਇਹਨਾਂ ਨੇ ਸਾਰੇ ਦੇ ਸਾਰੇ ਤਿਆਗ ਦਿੱਤੇ, ਜਾਤ ਬਾਰੇ ਕਦੋਂ ਦੇ ਇਕੱਠੀ ਕਰ ਦਿੱਤੀ, ਕੋਈ ਫਰਕ ਨਹੀਂ ਰਹਿਣ ਦਿੱਤਾ। ਤਾਂ ਉਸ ਵੇਲੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਤੀਜੇ ਪਾਤਸ਼ਾਹ ਮਹਾਰਾਜ ਨੂੰ ਦਿਲੋਂ ਚੇਤੇ ਕੀਤਾ। ਆਖਿਆ ਹੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਕਿਰਪਾ ਕਰੋ। ਸੱਜੇ ਮੋਢੇ ਵਾਲੇ ਪਾਸੇ ਨੂੰ ਝਾਕੇ, ਸਾਰੀਆਂ ਜਿੰਨੀਆਂ ਵੀ ਵਿਦਿਆਵਾਂ ਸਨ ਸਾਰ ਸੰਤਰੀ ਸਫੁਰਨ ਹੋ ਗਈਆਂ। ਰਤਨਾ ਦੇ ਪਰ ਆਣ ਕੇ ਸਾਰੀ ਦੀ ਸਾਰੀ ਵਿਦਿਆ ਵਾਪਰੇ। ਉਸ ਵੇਲੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਆਖਿਆ ਕਿ ਅਕਬਰ ਜੀ ਬਾਦਸ਼ਾਹ ਸਲਾਮਤ, ਇਹ ਕਹਿੰਦੇ ਨੇ ਵੀ ਇਹਨਾਂ ਨੂੰ ਪੜ੍ਹਨਾ ਕੋਈ ਨਹੀਂ ਆਉਂਦਾ ਗਾ, ਪੁੱਛੋ ਇਹ ਕਿਹੜੇ ਵੇਦ ਦੇ ਵਿੱਚੋਂ ਸਾਡੇ ਨਾਲ ਸਵਾਲ ਜਵਾਬ ਕਰਨਾ ਚਾਹੁੰਦੇ ਹਨ, ਕਿਹੜੀ ਸਿਮਰਤੀ ਵਿੱਚੋਂ ਕਰਨਾ ਚਾਹੁੰਦੇ ਨੇ, ਕਿਹੜੇ ਪੁਰਾਣ ਦੇ ਵਿੱਚੋਂ ਕਰਨਾ ਚਾਹੁੰਦੇ ਨੇ, ਕਿਹੜੇ ਗਾਇਤਰੀ ਮੰਤਰ ਪੜ੍ਹਾਉਣਾ ਚਾਹੁੰਦੇ ਹਨ ਔਰ ਕਿਹੜੀ ਗੀਤਾ ਦੇ ਅਰਥ ਕਰਾਉਣਾ ਚਾਹੁੰਦੇ ਹਨ। ਸਾਡੇ ਕੋਲ ਕਰਾਉਣ ਜੋ ਵੀ ਕਰਾਉਣਾ ਹੈ। ਸਤਿਗੁਰੂ ਮਹਾਰਾਜ ਨੇ ਜਦੋਂ ਇਉਂ ਆਖਿਆ, ਉਹਨਾਂ ਨੇ ਕੁਝ ਕੁ ਸਵਾਲ ਕੀਤੇ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਬੇਨਤੀ ਅਰਥ ਕੀਤੇ, ਕਿਉਂਕਿ ਉਹ ਕਿਰਪਾ ਸੀ। ਸਾਰ ਸੰਤ ਜੀ ਜਦੋਂ ਉੱਪਰਲੇ ਅਰਥ ਕੀਤੇ ਨਾ ਐਨ ਦੇ ਉੱਪਰ ਹੋ ਗਏ। ਉਹਨਾਂ ਨੂੰ ਸਵਾਲ ਕੋਈ ਨਾ ਔੜੇ ਮੂੰਹ 'ਚ ਉਂਗਲਾਂ ਪਾ ਲਈਆਂ ਵੀ ਇਸ ਤਰ੍ਹਾਂ ਕੋਈ ਹੋਰ ਹੀ, ਸਾਰੇ ਕੋਈ ਹੋਰ ਹੀ ਨਿਕਲਿਆ ਕਰਵਾ ਲਏ। ਉਸ ਵੇਲੇ ਸਾਰ ਸੰਗਤ ਜੀ ਜਿੰਨੇ ਵੀ ਬ੍ਰਾਹਮਣ ਸਨ ਨਾ, ਜਦੋਂ ਮੇਲ ਪੁੱਤਰ ਹੋ ਗਏ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਣੀ ਰਚਨਾ ਤੋਂ ਬਾਣੀ ਉਚਾਰਨ ਕੀਤੀ। ਆਖਿਆ ਇੱਕ ਓੰਕਾਰ। ਜਦੋਂ ਇੱਕ ਓੰਕਾਰ ਆਖਿਆ ਨਾ, ਬੜੀ ਪਿਆਰੀ ਆਵਾਜ਼ ਵਿੱਚ ਸਤਿਗੁਰੂ ਜੀ ਨੇ ਜਦੋਂ ਆਖਿਆ, ਸਾਰਿਆਂ ਦੇ ਦਿਲ ਦੇ ਵਿੱਚ ਸਾਰ ਸੰਗਤ ਜੀ ਉਤਰ ਗਿਆ, ਦਿਲਾਂ ਦੀ ਮੈਲ ਕੱਟੀ ਗਈ। ਤੇ ਜਿਹੜੀ ਹਵਾ ਸੀ ਕਹਿ ਲਓ ਵੀ ਇੱਕ ਵਾਰ ਉਹ ਵੀ ਥੰਮੀ ਗਈ, ਹਵਾ ਰੁਕ ਗਈ, ਪੰਛੀ ਅਰਕ ਸਾਰੇ ਦੇ ਸਾਰੇ ਡੁੱਬ ਗਏ। ਸਾਰ ਸੰਗਤ ਜੀ ਜਿਹੜੇ ਫੁੱਲ ਅਰਕ ਪਏ ਸਨ ਉਹਨਾਂ ਵਿੱਚੋਂ ਰਸ ਚੋਣ ਲੱਗ ਪਏ। ਜਿਵੇਂ ਜਿਵੇਂ ਮਹਾਰਾਜ ਬਾਣੀ ਉਚਾਰਨ ਕਰਨ ਉਵੇਂ ਉਵੇਂ ਅਕਬਰ ਦਾ ਜਿਹੜਾ ਦਿਲ ਹੈ ਨਾ ਸ਼ੁੱਧ ਹੋਈ ਜਾਵੇ, ਬ੍ਰਾਹਮਣਾਂ ਦਾ ਵੀ ਹਿਰਦਾ ਪਵਿੱਤਰ ਹੋਈ ਜਾਵੇ। ਇਹ ਸਾਰਾ ਕੁਝ ਸੁਣ ਕੇ ਸਾਰ ਸੰਗਤ ਜੀ ਅਕਬਰ ਨੇ ਹੱਥ ਜੋੜ ਲਏ ਤੇ ਆਖਿਆ ਜੀ ਇਹ ਤਾਂ ਮੂਰਖ ਨੇ, ਜਿਹਦੇ ਕਰਕੇ ਮੈਨੂੰ ਤੁਹਾਨੂੰ ਬੁਲਾਉਣਾ ਪਿਆ, ਮਾਫ਼ ਕਰਨਾ। ਗੁਰੂ ਘਰ ਦੀ ਕੀ ਗੱਲਬਾਤ ਇਹ ਤਾਂ ਹੈਗੀ ਵੱਖਰੀ ਹੈ, ਨਿਆਰੀ ਹੈ। ਜਦੋਂ ਉਹਨਾਂ ਤੋਂ ਜਿੱਤ ਪ੍ਰਾਪਤ ਹੋਈ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਭਾ ਤੋਂ ਬਾਹਰ ਆਏ ਔਰ ਸਾਰ ਸੰਗਤ ਜੀ ਰਾਸਤੇ ਵਿੱਚ ਜਾਂਦਿਆਂ ਨੇ ਲਾਹੌਰ ਦੇ ਵਿੱਚ ਕੀ ਦੇਖਿਆ ਕਿ ਇੱਕ ਨਾ ਕੱਪੜਾ ਹੈ ਦੁਕਾਨ ਤੇ, ਬੜਾ ਹੀ ਸੋਹਣਾ ਹੈ, ਬਹੁਤ ਹੀ ਜ਼ਿਆਦਾ ਪਵਿੱਤਰ ਹੈ। ਹਿਰਦੇ ਵਿੱਚ ਖਿਆਲ ਆਇਆ ਮਨਾ ਵੀ ਆਹ ਜਿਹੜਾ ਵਸਤਰ ਹੈ ਇਹ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਯੋਗ ਹੈ। ਜੇ ਮਹਾਰਾਜ ਦੇ ਵਾਸਤੇ ਮੈਂ ਵਸਤਰ ਖਰੀਦਾਂ
महाराज चोला सवा के पाउण तो कितना सोहना लगेगा। जेब वाल सार संतरी हथ मारिया, देखिया भी माया नहीं हैगी इन्नी, सिर्फ 1-2 रुपये ने, वस्त्र महंगा है, ये खरीदिया नहीं जा सकता। उस वे सार संतरी दिल च ख्याल आया मना भी जो खरीदिया नहीं जा सकता तो छड्डिया भी नहीं जा सकता। उत्थे ही खलो के श्री गुरु रामदास साहब महाराज जी ने सार संतरी मानी मन दे विच ना अंदर आत्मी दैली दिल दे विच वो वस्त्र लिए देखी जाते हैं, नाले दैनी दिल के वस्त्र को खरीद लिया, खरीद के फिर गाजी को सवा लिया, सवा के फिर सार संतरी धन श्री गुरु अमरदास साहब महाराज जी के गल के अपने हत्थों नाल ही पवाता। इधरले पासे श्री गुरु अमरदास साहब महाराज जी सिंघासन पर बैठे सन, बेअंत संगतां सतगुरां दे चरणों च सोभ रही है, ते भाई बल्लू जी भी कोल बैठे ने जिहड़े सतगुरां दे मुख सेवादार ने। सतगुरु महाराज जी सार संतरी अपने बाਹਾਂ काहनूं चकदे हैं, जिवें चोला पाईदा ना कुर्ता पाउंदा हुंदा ऐ, बस अपन बाਹਾਂ काहनूं चकदे ने। फिर सार संतरी जड़ियां तणियां ने वो भी बन्नदे हैं, लड़ियां बन्नदे ने चोले दी, जिवें बंदा चोलिया बन्नदा हुंदा। फिर सतगुरु महाराज साहब जी जिवें आपां कुर्ता सीधा करदे हैं, झटका के लिया सीधा भी करदे हैं, गुरु महाराज पूरी उवें दी उवें हरकत कर रहे। भाई बल्लू ने यह कौतक देखा, सारी संगत वेख के हैरान हो गई, मन से ख्याल आया मना वो श्री गुरु अमरदास साहब महाराज जी की कौतक कर रहे हैं, ये की गुझी गलबात चल रही है। भाई बल्लू ने संगत जी मन दी जान के हथ जोड़ के आख्या, हे पातशाह जी कृपा करके संगत ने मन दे विच सवालिया चाहते भी गुरु पातशाह जी की कर रहे हैं, दसो सतगुरु ने। तो गुरु ने आख्या, भाई साडा जिहड़ा सपुत्र है ना लाहौर नूं गया होया है, श्री गुरु रामदास साहब महाराज जी वाल इशारा करके आख्या, उहनूं उत्थे आ गया वस्त्र पसंद आ, वो हुण सानूं मानी मन दे विच उहने खरीद लिया, मानी मन दे विच सवा लिया, ते फिर मानी मन दे विच सानूं वस्त्र पवाई जा रहा है, असीं उहदी भेड़ा प्रवान करदे पए हैं। संगत सारी दी सारी सुण के हैरान हो गई, सोचिया भी मना भी जो महाराज आउणगे पुछांगे। श्री गुरु रामदास साहब महाराज जी चलते चलते नखास चौक में आ गए, जिहड़ा नखास नाम का चौक सी उत्थे आए, देखिया कि मना भी इन्नी दूर आया, महाराज के वास्ते कोई ना कोई वस्तु तो लेके जानी चाहिए है। ख्याल आया सामने अंब पए वेखे भी गर्मी की रुत है, इत्थे कुरुते अंब हैं, बेरुते अंब हैं, ते इत्थों के अंब बड़े मशहूर ने, कि मारा लैके चले। शीशे चों सार संतरी माया कढ़ी रुपया कढ़िया और अंबा वाले नूं दिता, आख्या कि भाई अंब दे, उन्हें 1 रुपये का 1 ही अंब दिता। सतगुरु महाराज जी ने अपने हत्थों में अंब पकड़ लिया, तुरे आ रहे हैं, तो मन में बड़ा चाह भी मैं महाराज अंब भेड़ा करांगा, महाराज छकणगे। चलते चलते सार संतरी सतगुरु महाराज जी जो भैरोवाल पिंड दे विच आए ना, भैरोवाल के कोल पहुंचे, गोदवाल साहब पहुंचने में कोई बहुता समा नहीं सीगा, थोड़ा ही पैंडा रह गया सी। गर्मी बहुती होने करके अंब बहुता जिहड़ा करिया होने करके ते सार संतरी हत्थां 'च फड़िया सी, हत्थां दी गरमैश दे नाल वो जिहड़ा अंब सी सार संतरी पाट गया, ਉਹਦੇ ਵਿੱਚ रस चुन लग पिया। जो चुन लग पिया मन में ख्याल किया मैं काम तो हो गया खराबा, महाराज को आप अंब भेंट करना सी, पर सफ़र बड़ा लंबा है, ये सारे का सारा इत्थे ही हो जाएगा। फिर उत्थे सार संतरी भैरोवाल वाले भैरोवाल जो पिंड है ना, उत्थे महाराज ने खलो के समाधि ला के नेत्र बंद करके वो आप अंब छक लिया, तो महाराज को छका दिता। रसना राही आप छकिया शरीर करके, पर मानी मन करके महाराज को छकाया। इधरले पासे श्री गुरु अमरदास साहब महाराज जी सिंघासन से बैठे ने, ते बहुत जरा डुस्के लै रहे हैं महाराज। सार संतरी बड़े प्रेम जिवें अंब चूकदा ना बंदा रस खिੱਚਦਾ ਹੁੰਦਾ अंदर नूं, ऐ महाराज बड़े प्रेम दे नाल वो सार संतरी अंब चूकदे पए हैं, छकदे पए ने। भाई बल्लू जी वेख के फिर हैरान हो गए, महाराज जी करी जांदे ने। महाराज ने सार संतरी अंब छक के बड़े प्रेम दे नाल तीजे पातशाह महाराज ने गोंदवाल साहब दे विच
ਆਪਣੇ ਮੁੱਖ ਦੇ ਵਿੱਚ ਕੁਝ ਕੁ ਸਮਾਂ ਉਹ ਜਿਹੜੀ ਗੜਕ ਸੀ ਰੱਖੀ, ਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਜਿਹੜੀ ਗੜਕ ਸੀ ਗੁਠਲੀ ਸੀ ਭਾਈ ਬੱਲੂ ਨੂੰ ਫੜਾ ਦਿੱਤੀ। ਆਖਿਆ ਕਿ ਭਾਈ ਬੱਲੂ ਇਹਨੂੰ ਸਾਂਭ ਕੇ ਰੱਖੀ, ਅਲਮਾਰੀ 'ਚ ਰੱਖੀ। ਸਾਡਾ ਜਦੋਂ ਪ੍ਰੇਮੀ ਆਵੇਗਾ ਨਾ ਅਸੀਂ ਉਹਨੂੰ ਦਿਖਾਉਣਾ ਹੈ ਵੀ ਅਸੀਂ ਅੰਬ ਛਕ ਲਿਆ ਬਈ, ਪ੍ਰਵਾਨ ਕਰ ਲਿਆ ਹੈ। ਸਾਂਭ ਕੇ ਰੱਖ ਲਈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਏ, ਚਰਨਾਂ ਵਿੱਚ ਮੱਥਾ ਟੇਕਿਆ ਔਰ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਪੁੱਛਣ ਲੱਗੇ ਕਿ ਹਾਥ ਪੁੱਤਰ ਜੀ ਫਿਰ ਕਿਵੇਂ ਵਾਰਤਾਲਾਪ ਹੋਈ, ਉੱਥੇ ਕਿਵੇਂ ਚਰਚਾ ਹੋਈ। ਮਹਾਰਾਜ ਨੇ ਸਾਰਾ ਕੁਝ ਦੱਸਿਆ। ਪਾਤਸ਼ਾਹ ਜੀ ਜਿਵੇਂ ਤੁਸੀਂ ਹੁਕਮ ਕੀਤਾ ਸੀ ਮੈਂ ਸੱਜੇ ਮੋਢੇ ਕੰਨੀ ਝਾਕਿਆ, ਸਤਿਗੁਰੂ ਜੀ ਜਦੋਂ ਮੈਂ ਦੇਖਿਆ ਤੇ ਮੈਨੂੰ ਸਾਰੀ ਵਿਦਿਆ ਸਫਲ ਹੋ ਗਈ। ਐਵੇਂ ਐਵੇਂ ਚਰਚਾ ਹੋਈ। ਮੂਰਖ ਪੰਡਤ ਜਿਹੜੇ ਸਨ ਸਤਿਗੁਰੂ ਮਹਾਰਾਜ ਜੀ ਚੀਜ਼ ਨੂੰ ਝਕਾ ਮਾਰਦੇ ਚਲੇ ਗਏ। ਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਕਿ ਪੁਰਖਾਂ ਤੂੰ ਜਿਹੜੇ ਵਸਤਰ ਭੇਟ ਕੀਤੇ ਸਨ ਬਹੁਤ ਹੀ ਸੋਹਣੇ ਸਨ। ਤੇ ਫਿਰ ਸਤਿਗੁਰੂ ਜੀ ਨੇ ਭਾਈ ਬੱਲੂ ਨੂੰ ਸਾਧ ਸੰਗਤ ਜੀ ਬੁਲਾਇਆ। ਆਖਿਆ ਭਾਈ ਬੱਲੂ ਜੀ ਜਿਹੜੀ ਤੁਹਾਨੂੰ ਗੁਠਲੀ ਫੜਾਈ ਸੀ ਨਾ ਅੰਬ ਵਾਲੀ, ਉਹ ਵੀ ਲੈ ਕੇ ਆਓ। ਹੁਣ ਸਾਧ ਸੰਗਤ ਜੀ ਲਿਆਂਦੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਦਿਖਾਈ। ਆਖਿਆ ਪੁੱਤਰ ਜੀ ਜਿਹੜਾ ਤੁਸੀਂ ਸਾਨੂੰ ਅੰਬ ਭੇਟ ਕੀਤਾ ਸੀ ਨਾ ਇਹ ਵੀ ਬਹੁਤ ਹੀ ਜ਼ਿਆਦਾ ਮਿੱਠਾ ਸੀ। ਆਹ ਦੇਖੋ ਪ੍ਰਮਾਣ ਹੈ, ਆਹ ਦੇਖੋ ਪ੍ਰਤੱਖ ਹੈ ਤੁਹਾਡੇ ਸਾਹਮਣੇ। ਆਹ ਗੁਠਲੀ ਅਸੀਂ ਸਾਂਭ ਕੇ ਰੱਖੀ ਹੈ। ਸਾਰੀ ਸੰਗਤ ਨੇ ਜਦੋਂ ਸੁਣਿਆ ਸਾਰੇ ਕਹਿਣ ਲੱਗੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਸਾਧ ਸੰਗਤ ਜੀ ਜਦੋਂ ਗੁਰੂ ਦਾ ਸਿੱਖ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਸੁਰਤੀ ਵਰਤੀ ਕਦਰ ਕਰਕੇ ਖੁਦ ਭੋਜਨ ਛਕਦਾ ਹੈ ਨਾ, ਤੇ ਭੋਜਨ ਛਕਣ ਤੋਂ ਪਹਿਲਾਂ ਕਹਿੰਦਾ ਸਤਿਨਾਮ ਵਾਹਿਗੁਰੂ, ਜਾਂ ਫਿਰ ਸਲੋਕ ਪੜ੍ਹਦਾ ਪਿਆਰ ਦੇ ਨਾਲ, ਪਹਿਲੀ ਗੁਰਕੀ ਆਪਣੇ ਆਪ ਹੀ ਮਹਾਰਾਜ ਨੂੰ ਪਹੁੰਚ ਜਾਂਦੀ ਹੈ। ਭਾਈ ਮਰਦਾਨੇ ਨੇ ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਕਿ ਹੇ ਗਰੀਬ ਨਿਵਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਨੂੰ ਭੁੱਖ ਬੜੀ ਲੱਗਦੀ ਹੈ, ਜਿਹਦੇ ਕਰਕੇ ਮੈਂ ਆਪ ਜੀ ਨੂੰ ਵੀ ਤੰਗ ਕਰਦਾ। ਮਹਾਰਾਜ ਤੁਹਾਨੂੰ ਭੁੱਖ ਕਿਉਂ ਨਹੀਂ ਲੱਗਦੀ, ਕਾਰਨ ਕੀ ਹੈ? ਤੁਸੀਂ ਛਕਦੇ ਛਕਾਉਂਦੇ ਕੁਝ ਵੀ ਨਹੀਂ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਿਆਂ ਜਿਹੜੇ ਬਹੁਤ ਜ਼ਿਆਦਾ ਪ੍ਰੇਮ ਦੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਤੇ ਫਿਰ ਸਤਿਨਾਮ ਵਾਹਿਗੁਰੂ ਕਹਤੇ ਸਾਡੇ ਪਿਆਰੇ ਗੁਰਸਿੱਖ ਆਪਣੇ ਮੁੱਖ ਵਿੱਚ ਗਰਾਹੀ ਪਾਉਂਦੇ ਨੇ ਨਾ, ਜਾਂ ਸਾਨੂੰ ਜਿਹੜੇ ਭੋਗ ਲਵਾਉਂਦੇ ਹਨ ਉਹਨਾਂ ਦਾ ਗੱਫਾ ਪਾਣੀ ਸਾਨੂੰ ਪਹੁੰਚ ਜਾਂਦਾ, ਜਿਸ ਕਰਕੇ ਸਰੀਰ ਨੂੰ ਛਕਣ ਦੀ ਜ਼ਰੂਰਤ ਨਹੀਂ ਰਹਿੰਦੀ। ਤਾਂ ਭਾਈ ਮਰਦਾਨਾ ਜੀ ਹੈਰਾਨ ਹੋਏ ਤੇ ਮਨ ਵਿੱਚ ਥੋੜ੍ਹਾ ਜਿਹਾ ਹੋਇਆ ਵੀ ਮਤਲਬ ਵੀ ਇਹ ਕਿਵੇਂ ਹੋ ਸਕਦਾ। ਤਾਂ ਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਪਣਾ ਮੁਖੜਾ ਖੋਲ੍ਹਿਆ ਤੇ ਆਪਣੇ ਮੁੱਖ ਦੇ ਵਿੱਚ 36 ਪ੍ਰਕਾਰ ਦੇ ਜਿਹੜੇ ਪਦਾਰਥ ਸਨ ਭਾਈ ਮਰਦਾਨੇ ਨੂੰ ਦਿਖਾਏ ਤੇ ਲੈ ਭਾਈ ਮਰਦਾਨੇ ਤੇਰੇ ਮਨ 'ਚ ਸ਼ੱਕ ਵੀ ਕੋਈ ਨਾ ਰਹਿ ਜਾਵੇ। ਜਿਵੇਂ ਜਿਵੇਂ ਵੀ ਪ੍ਰੇਮ ਪਿਆਰ ਨਾਲ ਤਿਆਰ ਕਰਕੇ ਸਾਨੂੰ ਭੇਂਟ ਕਰਦਾ ਵਾਹਿਗੁਰੂ ਕਹਿੰਦੇ ਸਕਦਾ ਆਪਣੇ ਆਪ ਹੀ ਪਹੁੰਚ ਜਾਂਦਾ। ਇਸ ਕਰਕੇ ਸਾਧ ਸੰਗਤ ਜੀ ਪ੍ਰੇਮ ਉਮਾਹੜਾ ਜਿਹੜਾ ਪ੍ਰੇਮ ਹੈ ਨਾ ਇਹ ਵਿੱਚ ਇੰਨੀ ਤਕੜੀ ਕਰਾਮਾਤ ਹੈ। ਪ੍ਰੇਮ ਦੇ ਵਿੱਚ ਵੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ, ਜਿਹੜੇ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਾਲਕ ਅਵਸਥਾ ਦੇ ਵਿੱਚ ਹੀ ਅਨਾਥ ਹੋ ਚੁੱਕੇ ਸਨ। ਸੋ ਸਾਧ ਸੰਗਤ ਜੀ ਅਸਲ ਪ੍ਰੇਮ ਉਮਾਹੜਾ ਸਤਿਗੁਰੂ ਜੀ ਕਹਿੰਦੇ ਪ੍ਰੇਮ ਉਮਾਹੜਾ ਭਾਈ ਆ ਕੇ ਤੂੰ ਸੁਣ ਕਥਾ ਦੇ ਤਾਈ, ਫਿਰ ਤੇਰੇ ਦਿਲ ਵਿੱਚ ਪ੍ਰੇਮ ਦਾ ਉਮਾਹੜਾ ਉਤਸ਼ਾਹ ਪੈਦਾ ਹੋਵੇਗਾ। ਫਿਰ ਪ੍ਰੇਮੀ ਦੇ ਦਿਲ ਵਿੱਚ ਸਵਾਲ ਹੁੰਦਾ ਵੀ ਮਨਾ ਜਿਹਦੇ ਪ੍ਰਤੀ ਪ੍ਰੇਮ ਉਹਨੂੰ ਮਿਲਣਾ ਵੀ ਹੈ ਹੋਣਾ ਵੀ ਕਿਉਂ ਮਿਲੀ ਜਾਏ ਹਰ ਜਾਏ। ਵਾਹਿਗੁਰੂ ਪਰਮਾਤਮਾ ਨੂੰ ਜਾਏ ਜਾ ਕੇ ਕਿਉਂ ਮਿਲਿਆ ਕਿਵੇਂ ਮਿਲਿਆ ਜਾਵੇ। ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ। ਮੇਰੇ ਮਨ ਦੇ ਵਿੱਚ ਤਨ ਸਰੀਰ ਦੇ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਘਣੀ ਪਿਆਸ ਹੈ, ਤ੍ਰੇਹ ਲੱਗੀ ਹੋਈ ਹੈ। ਦਰਸ਼ਨਾਂ ਦੀ ਤ੍ਰੇਹ ਹੈ, ਪਿਆਸ ਹੈ। ਜਿਵੇਂ ਪਿਆਸਾ ਬੰਦਾ ਹੋਵੇ ਨਾ ਉਹਨੂੰ ਪਾਣੀ ਦਾ ਮੁੱਲ ਪਤਾ ਹੁੰਦਾ ਵੀ ਪਾਣੀ ਕੀ ਹੈ। ਬੰਦਾ ਐਨ ਮਰਦਾ ਹੋਵੇ ਆਮਦਾ ਵਾ ਪਾਣੀ ਦੁੱਧੀ ਨਾਲ ਮਿਲੀ ਜਾਂਦਾ ਕੋਈ ਗੱਲ ਨਹੀਂ, ਕੋਈ ਬਹੁਤਾ ਜ਼ਿਆਦਾ ਖਿਆਲ ਨਹੀਂ ਪਾਣੀ ਬਾਰੇ। ਪਰ ਸਾਰ ਸੰਦਰੀ ਰਹਿਣ ਸਿਰੇ ਤੇ ਬਣੀ ਹੋਵੇ ਜਵਾਨ ਸੁੱਟ ਕੇ ਤਾਲੂਏ ਨਾਲ ਲੱਗ ਜਾਵੇ ਤੇ ਫੇਰ ਸਾਰ ਸੰਦਰੀ ਪਤਾ ਲੱਗਦਾ ਵੀ ਪਾਣੀ ਕੀ ਚੀਜ਼ ਹੈ। ਫਿਰ ਪਤਾ ਲੱਗਦਾ ਵੀ ਪਾਣੀ ਪਿਤਾ ਹੈ ਜਗਤ ਦਾ, ਪਾਣੀ ਪਿਆਓ ਹੈ ਸਾਰਿਆਂ ਦਾ, ਹਰਿਆ ਸਭ ਕੋਲ। ਤੇ ਜਿਵੇਂ ਪਾਣੀ ਦੀ ਜਿਹੜੀ ਸਾਰ ਸੰਦਰੀ ਪਿਆਸ ਹੈ ਤੇ ਵਾਹਿਗੁਰੂ ਪਾਣੀ ਦਾ ਜਿਹੜਾ ਮੁੱਲ ਹੈ ਇੱਕ ਪਿਆਸੇ ਬੰਦੇ ਨੂੰ ਪਤਾ ਹੁੰਦਾ ਹੈ ਵੀ ਕੀ ਹੈ। ਐਵੇਂ ਜਿਹੜਾ ਪ੍ਰੇਮੀ ਬੰਦਾ ਹੈ ਨਾ ਦਰਸ਼ਨਾਂ ਦਾ ਕੀ ਮਹੱਤਵ ਹੈ, ਦਰਸ਼ਨਾਂ ਦਾ ਕੀ ਸਾਰ ਸੰਦਰੀ, ਦਰਸ਼ਨਾਂ ਤੋਂ ਬਿਨਾਂ ਬੰਦੇ ਦੀ ਕੀ ਬੇਗੁਰਤਾ ਹੁੰਦੀ ਹੈ, ਅਵਸਥਾ ਹੁੰਦੀ ਹੈ, ਉਹ ਇੱਕ ਪ੍ਰੇਮੀ ਨੂੰ ਹੀ ਪਤਾ ਹੁੰਦਾ, ਹੋਰ ਕੋਈ ਨਹੀਂ।
क्योंकि जिस तन लागे सोई जाना अगर के जाना को पीर भरैया। महाराज बाणी में वचन करते हैं भी जिहदे शरीर में लगती है ना प्रेम के बाण लगने उही जानदा। कोई बंदा किसी पराए बंदे की पीड़ा में दर्द को नहीं जान सकता पछाण सकता, कोई किसी के दुख को नहीं पछाण सकता। एवें सार संदरी मन तन प्यास दर्शन घड़ी। दर्शना की जी प्यास है ना ये सारिਆਂ तो सर्वोत्तम मन्नी जाती है। कहते भी कोई महापुरुष सी सार संदरी उन्होंने किसी ने आके पूछया, नारद मुनि जी ने आके पूछया, कहने लगे कि भाई तैनूं की चाहिए? कहना भी मैनूं तां रब दा प्रेम चाहिए तो विछोड़ा चाहिए। कहते वो लोग मिलाप चाहते हैं, तू विछोड़ा भालदा। कहते जी जो विछोड़े में स्वाद है ना, जो प्रेम के स्वाद है वो मिलाप के भी हैगा गा, वो उन्होंने पता है। कहना विछोड़े में एक पांग बनी रहती है भी हुण भी मिलना, हुण भी मिलना, हुण भी है। सो सार संगरी एवें जो प्रेम है वाहिगुरू दर्शना की प्यास है। सतगुरु जी ने सर्वोत्तम आखी है। जिवें कि कोई बंदा किसी वड्डे आदमी को जावे, सार संगरी मंग करे कि भाई मैनूं एक किताब चाहिए, उन्होंने किताब दे दिंदा है, पैसा मंगे पैसा दे दिंदा है। जिहड़ी भी कोई वह बल पैंदा वास्तु की सार संगरी उन्होंने लोड़ींदी दे दिंदा है। पर कई बार की होंदा भी कोई खास आदमी जाता है, जो उन्हें को सार संगरी प्रेमी जाता ना, खास आदमी जाता है तो अगों कुर्सी छड़ दिंदा है, महाराज तुसीं इत्थे आण के सजो। एवं सार संगरी महाराज कहते भी चार पदार्थ जे को मंगै हर जना की सेवा लग है। जेकर कोई बंदा चार पदार्थ चाहता उन्होंने आख्या कि भाई तू सारूआं महापुरुषों की सेवा में लग जा, जुड़ जा। जे को अपना दुख मिटा लै हर हर नाम रिदा फर गावै, आख्या कि भाई जे दुख मिटाउणा चाहुंदा वाहिगुरू वाहिगुरू नाम जप के उहदे गुणां नूं गा। जे को अपनी शोभा लोड़ै साध संग ये सौमै छोड़ै। जेकर कोई अपनी वडियाई चाहुंदा है तो साध संगत दे विच आके माण नूं त्याग देवे और सार संगरी प्रेम प्यार दे नाल झाड़ू वाल करी बर्तनां नूं साफ करन दी सेवा करे तो वडियाई होवेगी, शोभा होवेगी। और सतगुरु जी कहते जे को जन्म मरण से डरै सार जना की सरनी पर। जिहड़ा बंदा जम्मण मरण के गेट तो डरदा वो साधुआं की शरण में पै जाए। सारिਆਂ ਨੂੰ ਵੱਖੋ ਵੱਖਰੀਆਂ ਜੋਤੀਆਂ दस दित्तियां, पर सतगुरु जी कहते जिस जन का प्रभ दर्श प्यासा नानक ताकै बल बल जाता। भाई जिस रब के प्यारे नूं दर्शनां की त्रेह लग गई है ना, प्यास लग गई है, असीं उहदे ते बिहार जाने कुर्बान जाते हैं। सो सार संगरी कोई आन मिलावे माए माए है भाई, कोई तो मैनू लिया के वाहिगुरू परमात्मा दे ताईं मिला देवे। वाहिगुरू परमात्मा ने प्रेम लाउंदे सहायक होंगे, बंदे मददगार होंगे। भाई सौ तरीका लगता पाए हो मैं उन्होंने महापुरुषों ने प्यार नहीं लगता वाहिगुरू परमात्मा की प्राप्ति हो गया। क्यों सुख पाइए, किवें सुख प्राप्त हो गए? भाई नहीं सुख प्राप्त हो सकता। इस करके सतगुरु जी कहते दूजी नहीं जाए, दूजी कोई होर जगह नहीं है कि जिसमें परमात्मा मिले। एक महापुरुष ने एक गुरु महाराज ने सन जेड़े के वाहिगुरू के नाम प्राप्त करते हैं। क्या दूजी नहीं जाए जिसमें सुख प्राप्त हो गए, परमात्मा ने आनंद का परमात्मा ने मिलाप का होर भी दूसरी जगह नहीं है। जिन्हें जात्या प्रेम रस ते तृप्त रहे आकाए। जिन्होंने वाहिगुरू परमात्मा ने प्रेम के रस आनंद को चख लिया, मान लिया है, तो लोग प्रार्थना को भी तृप्त हो गए और लोग सौदा को भी रब गए। आप त्याग प्रभु नाराए अपना पाप हंकार त्याग के हाथ जोड़ के बेनती करते रहते हाँ कि वाहिगुरू परमात्मा की कृपा करके अपनी चरनी ला लो, सानू प्रीत रूपी लड़ते रण ला लो। वाहिगुरू जी कहते भाई जिन जड़ियां जीव रूपी इस्त्रियां वाहिगुरू परमात्मा रूपी पति ने अपने चरणों में मिला रही ने, मेल रही ने। एक बार जिन्होंने वाहिगुरू का मिलाप हो गया वो फिर विछड़ के होर सार संगति किते ही कदे ना जाए, होर किते नहीं जाएगा। ताके जिन्हें आगे प्राणी ने उन्होंने जमण मरण का गेड़ बनया रहता है। जब स्वर्ग भी जोड़ा जाता उन्होंने भी खीर
ਸਾਧ ਸੰਗਤ ਸਵਰਗ ਵਿੱਚੋਂ ਪਤਨ ਹੋ ਕੇ ਇੱਥੇ ਹੀ ਆਉਣਾ ਪੈਂਦਾ ਹੈ। ਵਾਰ ਵਾਰ ਜਨਮ ਧਾਰਨਾ ਕਰਦਾ ਮੁਕਤੀ ਨਹੀਂ ਹੈਗੀ। ਪਰ ਇਹ ਵਾਹਿਗੁਰੂ ਦੇ ਨਾਲ ਮਿਲ ਕੇ ਜੀਵਨ ਦੀ ਇਸਤਰੀਆਂ ਵਾਹਿਗੁਰੂ ਵਿੱਚ ਇੱਕ ਮਿੰਟ ਹੋ ਗਈਆਂ, ਉਹ ਫਿਰ ਵਿਛੜ ਕੇ ਵਾਹਿਗੁਰੂ ਦੇ ਆਨੰਦ ਤੋਂ ਟੁੱਟ ਕੇ ਕਿਤੇ ਨਹੀਂ ਜਾਂਦੀਆਂ, ਉਹਦੇ ਵਿੱਚ ਹੀ ਸਦਾ ਵਾਸਤੇ ਸਮਾ ਜਾਂਦੀਆਂ ਹਨ। ਰੱਬ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਨਾਏ। ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਹੁਣ ਦੂਸਰਾ ਕੋਈ ਹੈ ਹੀ ਨਹੀਂ। ਸਾਡੀ ਐਸੀ ਨਗਰ ਬਣ ਗਈ ਇਹ ਕਿਵੇਂ ਹੋਈ ਕਿ ਹਾਸਨ ਆਏ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਾਹਿਗੁਰੂ ਦੇ ਸਰੂਪ ਹਨ। ਉਹਨਾਂ ਦੀ ਸ਼ਰਨ ਵਿੱਚ ਆ ਕੇ ਇਹ ਅੱਖ ਬਣੀ ਕਿ ਵਾਹਿਗੁਰੂ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ। ਸੁਖੀ ਵਸੰਦੀਆਂ ਬਿਨਾ ਮੈਂ ਹਰ ਰਾਏ। ਅਸੂ ਦੇ ਮਹੀਨੇ ਦੁਆਰਾ ਪਾਤਸ਼ਾਹ ਜੀ ਉਪਦੇਸ਼ ਬਖਸ਼ ਕਰਦੇ ਹਨ ਕਿ ਭਾਈ ਉਹ ਜੀਵ ਰੂਪੀ ਇਸਤਰੀਆਂ ਸੁੱਖ ਆਨੰਦ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਵਿੱਚ ਸਮਾ ਕਰਕੇ ਵਾਸਦੀਆਂ ਨਿਰੰਜਨਾਂ ਨਿਲੀਨ ਹੋ ਗਏ। ਕਿਹੜੀਆਂ ਕਿ ਜਿਨ੍ਹਾਂ ਮੇਰਾ ਹਰ ਰਾਏ, ਜਿਨ੍ਹਾਂ ਜੀਵ ਰੂਪੀ ਇਸਤਰੀਆਂ ਤੇ ਵਾਹਿਗੁਰੂ ਪਰਮਾਤਮਾ ਰੂਪੀ ਰਾਏ ਰਾਏ ਦੀ ਮਾਇਆ ਕਿਰਪਾ ਹੁੰਦੀ ਹੈ। ਉਹ ਸਾਧ ਸੰਗਤ ਫਿਰ ਇੱਕ ਮਿੰਟ ਹੋ ਜਾਂਦੇ ਹਨ। ਸੋ ਸਤਿਗੁਰੂ ਜੀ ਨੇ ਜਿਸ ਤਰ੍ਹਾਂ ਮਿਹਨਤ ਕੀਤੀ ਹੈ, ਸਾਧ ਸੰਗਤ ਉਪਦੇਸ਼ ਬਖਸ਼ ਕੀਤਾ ਆਪਾਂ ਨੂੰ ਕਿ ਪ੍ਰੇਮ ਸਰਬੋਤਮ ਪ੍ਰੇਮ ਵਿੱਚ ਕਾਲ ਕਰਕੇ ਸੇਵਾ ਵਾਸਤੇ ਕਰਨਾ ਚਾਹੀਏ। ਬੰਧਨ ਨਹੀਂ, ਕਿਉਂਕਿ ਬੱਧਾ ਚੱਕੀ ਦੋ ਬੜੇ ਰਾਹ ਬਣਵਾ ਸਰਕਾਰ ਹੋਈ ਕੋ ਲਗਾ ਕੇ ਮਾਫੀ ਬਖਸ਼ਣੀ ਸਤਿਗੁਰੂ ਦੀ ਕਿਰਪਾ ਕਰਨਾ ਸਾਰ ਕਰਨ ਦੇ ਕੇ ਪਾਵਨ ਪੁੱਤਰ ਸਤਿਗੁਰੂ ਸਾਡੇ ਹਿਰਦੇ ਵਿੱਚ ਵਸੇ, ਜਿਸ ਕਰਕੇ ਇਹ ਲੋਕ ਸਿੱਖਿਆ ਦੇ ਲੋਕ ਢਿੱਲਾ ਹੋਵੇ। और दो मात्रा करके समाप्ति है जी। ਰੱਬ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਨਾਏ। ਅਸੂ ਸੁਖੀ ਵਸੰਦੀਆਂ ਬਿਨਾ ਦਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।